ਜੀਵਨ ਇਤਿਹਾਸ। ਧੰਨ 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 ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ। ਕੋਈ ਵੀ ਕਾਰਜ ਕਰਨ ਲਈ ਕੋਈ ਨਾ ਕੋਈ ਮਰਿਆਦਾ ਜ਼ਰੂਰ ਹੁੰਦੀ ਹੈ ਅਤੇ ਸੂਝਵਾਨ ਲੋਕ ਕੋਈ ਵੀ ਕੰਮ ਕਰਨ ਵੇਲੇ ਉਸ ਦੀ ਮਰਿਆਦਾ ਨੂੰ ਜ਼ਰੂਰ ਧਿਆਨ ਵਿੱਚ ਰੱਖਦੇ ਹਨ। ਕੇਸ ਵਾਹੇ ਪੱਗਬੰਦੀ ਤਾਂ ਸੋਭਦਾ ਹੈ ਸੀਸ, ਵਿੱਚ ਮਰਿਆਦਾ ਕੰਮ ਹੋਵੇ ਉਸ ਵਰਗੀ ਨਾ ਰੀਸ। ਇਹ ਪਹਿਲਾ ਅਖੰਡ ਪਾਠ ਸੀ ਜੋ ਬਾਬਾ ਜੀ ਨੇ ਕਰਾਇਆ। ਇਸ ਤੋਂ ਪਹਿਲਾਂ ਆਪ ਜੀ ਨੇ ਖੁਦ ਸੰਪਟ ਪਾਠ ਕੀਤੇ ਸਨ, ਜੋ ਪੂਰੀ ਤਰ੍ਹਾਂ ਮਰਿਆਦਾ ਵਿੱਚ ਅਤੇ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਕੀਤੇ ਗਏ ਸਨ। ਇਸੇ ਤਰ੍ਹਾਂ ਇਹ ਅਖੰਡ ਪਾਠ ਵੀ ਪੂਰਨ ਮਰਿਆਦਾ ਅਨੁਸਾਰ ਕਰਵਾਇਆ। ਇਹ ਪਹਿਲਾ ਅਖੰਡ ਪਾਠ ਹੋਣ ਕਰਕੇ ਬਾਬਾ ਜੀ ਨੇ ਆਪ ਪਾਠੀਆਂ ਅਤੇ ਸੇਵਾਦਾਰਾਂ ਨੂੰ ਦੱਸ ਕੇ ਅਤੇ ਲੋੜ ਪੈਣ ਤੇ ਤਾੜਨਾ ਕਰਕੇ ਕਰਾਇਆ। ਪਾਠੀ ਪਹਿਲਾਂ ਕਿੰਨੇ ਪਾਠ ਕਰ ਚੁੱਕਾ ਹੈ, ਸਿਰਫ ਇਸੇ ਗੱਲ ਨੂੰ ਜਾਣ ਕੇ ਮਰਿਆਦਾ ਸੰਬੰਧੀ ਉਸਦੀ ਜਾਣਕਾਰੀ ਦਾ ਅੰਦਾਜ਼ਾ ਲਾਉਣਾ ਗਲਤ ਹੈ। ਕਿਸੇ ਵੀ ਗੱਲ ਦੀ ਜਾਣਕਾਰੀ ਉਸ ਗੱਲ ਨੂੰ ਜਾਣਦਿਆਂ ਹੀ ਹੁੰਦੀ ਹੈ। ਫਿਰ ਉਹ ਜਾਣਕਾਰੀ ਵੀ ਆਪਣੀ ਸੋਚ ਤੱਕ ਹੀ ਸੀਮਤ ਹੁੰਦੀ ਹੈ। ਇਸ ਕਰਕੇ ਕਿਸੇ ਸਿੱਖਿਅਕ ਦੀ ਰਹਿਨੁਮਾਈ ਦੀ ਲੋੜ ਹੁੰਦੀ ਹੈ। ਬਾਬਾ ਜੀ ਨੇ ਵੀ ਇਸ ਅਖੰਡ ਪਾਠ ਦੇ ਦੌਰਾਨ ਮਰਿਆਦਾ ਦੀ ਸਿਖਲਾਈ ਕਰਾਈ, ਜੋ ਮਰਿਆਦਾ ਇਸ ਤਰ੍ਹਾਂ ਹੈ। ਜਿਸ ਥਾਂ ਤੇ ਪਾਠ ਪ੍ਰਕਾਸ਼ ਕਰਨਾ ਹੈ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ। ਜੇ ਕੱਚੀ ਜਗ੍ਹਾ ਹੈ ਤਾਂ ਮਿੱਟੀ ਨਾਲ ਲਿਪ ਲੈਣੀ ਚਾਹੀਦੀ ਹੈ, ਗੋਹੇ ਨਾਲ ਨਹੀਂ। ਜੇ ਫਰਸ਼ ਲੱਗਾ ਹੋਵੇ ਤਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਬਿਰਾਜਮਾਨ ਹੋਣ ਲਈ ਪਲੰਘ ਅਤੇ ਵਿਛਾਈ ਦਾ ਇੰਤਜ਼ਾਮ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਕਰਨਾ ਚਾਹੀਦਾ ਹੈ। ਵਾਤਾਵਰਣ ਨੂੰ ਧੂਪ ਨਾਲ ਸੁਗੰਧਿਤ ਕਰਨਾ ਚਾਹੀਦਾ ਹੈ। ਕੁੰਭ ਅਤੇ ਜੋਤ ਵੀ ਹਾਜ਼ਰ ਹੋਣੇ ਚਾਹੀਦੇ ਹਨ। ਪਾਠੀ ਘੱਟੋ ਘੱਟ 8 ਤਾਂ ਜ਼ਰੂਰ ਹੋਣੇ ਚਾਹੀਦੇ ਹਨ। 4 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ਲਈ ਅਤੇ 4 ਜਪਜੀ ਸਾਹਿਬ ਜੀ ਦਾ ਪਾਠ ਕਰਨ ਲਈ। ਪਾਠੀ ਅੰਮ੍ਰਿਤਧਾਰੀ ਅਤੇ ਰਹਿਤ ਵਿੱਚ ਪਰਪੱਕ ਹੋਣੇ ਚਾਹੀਦੇ ਹਨ। ਜਦ ਧੂਪ ਜੋਤ ਆਦਿ ਸਮੱਗਰੀ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਵੇ, ਕੜਾਹ ਪ੍ਰਸ਼ਾਦ ਵੀ ਹਾਜ਼ਰ ਹੋਵੇ, ਗੁਰੂ ਸਾਹਿਬ ਤੋਂ ਹੁਕਮ ਲੈਣਾ ਚਾਹੀਦਾ ਹੈ ਅਤੇ ਅਖੰਡ ਪਾਠ ਆਰੰਭ ਕਰਨ ਦੀ ਅਰਦਾਸ ਕਰਨੀ ਚਾਹੀਦੀ ਹੈ। ਅਰਦਾਸੇ ਵਿੱਚ ਸਾਰੇ ਪਾਠੀ ਹਾਜ਼ਰ ਹੋਣੇ ਚਾਹੀਦੇ ਹਨ। ਪਾਠੀ ਕੇਸ਼ੀ ਇਸ਼ਨਾਨ ਕਰਕੇ ਸਵੱਛ ਕੱਪੜੇ ਪਾ ਕੇ ਪਾਠ ਕਰੇ। ਇਸ਼ਨਾਨ ਕਰਨ ਤੋਂ ਬਾਅਦ ਪਹਿਲੀ ਰੌਲ ਲਾਉਣ ਤੋਂ ਬਾਅਦ ਦੂਸਰੀ ਰੌਲ ਲਾਉਣ ਤੱਕ ਜੇਕਰ ਪਾਠੀ ਸੋ ਜਾਵੇ ਜਾਂ ਜੰਗਲ ਪਾਣੀ ਚਲਾ ਜਾਵੇ ਤਾਂ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਹੈ। ਪਾਠ ਕਰਨ ਵੇਲੇ ਪਾਠੀ ਨੂੰ ਚਾਹੀਦਾ ਹੈ ਕਿ ਚੌਂਕੜਾ ਮਾਰ ਕੇ ਬੈਠੇ ਅਤੇ ਗੁਰੂ ਸਾਹਿਬ ਦੇ ਪਲੰਘ ਦਾ ਜਾਂ ਕਿਸੇ ਹੋਰ ਚੀਜ਼ ਦਾ ਆਸਰਾ ਜਾਂ ਢੋ ਨਾ ਲਵੇ। ਪਾਠ ਕਰਨ ਵੇਲੇ ਪਾਠੀ ਇਹ ਵੀ ਖਿਆਲ ਰੱਖੇ ਕਿ ਬਾਣੀ ਇੱਕ ਲੈਅ ਵਿੱਚ ਅਤੇ ਸ਼ੁੱਧ ਪੜੀ ਜਾਵੇ। ਪਾਠੀ ਨੂੰ ਜ਼ੁਕਾਮ ਨਹੀਂ ਹੋਣਾ ਚਾਹੀਦਾ ਅਤੇ ਮੂੰਹ ਚੋਂ ਥੁੱਕ ਨਾ ਡਿੱਗੇ, ਇਸ ਲਈ ਮੂੰਹ ਅੱਗੇ ਕੱਪੜਾ ਰੱਖਣਾ ਚਾਹੀਦਾ ਹੈ। ਇਹ ਖਿਆਲ ਰੱਖਣਾ ਵੀ ਜ਼ਰੂਰੀ ਹੈ ਕਿ ਪਾਠ ਕਰਦਿਆਂ ਹੱਥ ਆਪਣੇ ਪੈਰ ਨੂੰ ਨਾ ਲੱਗਣ, ਨਾ ਹੀ ਖੁਰਕ ਕਰਨੀ ਚਾਹੀਦੀ ਹੈ। ਮੱਧ ਦੀ ਅਰਦਾਸ ਕਰਨ ਵੇਲੇ ਆਨੰਦ ਸਾਹਿਬ ਜੀ ਦਾ ਪੂਰਾ ਪਾਠ ਕਰਕੇ ਅਰਦਾਸ ਕਰਨੀ ਚਾਹੀਦੀ ਹੈ। ਭੋਗ ਪਾਉਣ ਸਮੇਂ ਰਾਗਮਾਲਾ ਦੇ ਪਾਠ ਤੋਂ ਬਾਅਦ ਜਪਜੀ ਸਾਹਿਬ ਅਤੇ ਫਿਰ ਸ਼ਬਦ ਹਜ਼ਾਰੇ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ। ਉਪਰੰਤ ਆਰਤੀ ਅਤੇ ਮੰਗਲ ਚਾਰਨਾ ਦੇ ਸ਼ਬਦ ਦਾ ਕੀਰਤਨ ਕਰਕੇ ਅਰਦਾਸ ਕੀਤੀ ਜਾਂਦੀ ਹੈ। ਬਾਬਾ ਜੀ ਬਚਨ ਕਰਦੇ ਹਨ ਕਿ ਜੇਕਰ ਪੂਰੀ ਮਰਿਆਦਾ ਦੇ ਨਾਲ ਅਖੰਡ ਪਾਠ ਹੋ ਜਾਵੇ ਤਾਂ ਮੁਰਦੇ ਵਿੱਚ ਵੀ ਜਾਨ ਪੈ ਸਕਦੀ ਹੈ। ਕਿੱਡੀ ਹੀ ਵੱਡੀ ਔਂਕੜ ਹੋਵੇ, ਕਿੰਨੀ ਵੀ ਦੁਸ਼ਵਰ ਤਕਲੀਫ ਹੋਵੇ, ਕਿੰਨੀ ਵੀ ਭਿਆਨਕ ਸਥਿਤੀ ਕਿਉਂ ਨਾ ਹੋਵੇ, ਮਰਿਆਦਾ ਨਾਲ ਕਰਵਾਏ ਅਖੰਡ ਪਾਠ ਨਾਲ ਸੁਖ ਸ਼ਾਂਤੀ ਅਤੇ ਠੰਡ ਵਰਤ ਜਾਂਦੀ ਹੈ। ਇੱਕ ਵਾਰ ਕੁਝ ਸਿੰਘਾਂ ਦੇ ਜਥੇ ਨੇ ਵਿਚਾਰ ਕੀਤੀ ਕਿ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਸ ਰਸਤੇ ਰਾਹੀਂ ਵਿਚਰਦੇ ਹੋਏ, ਜਿਨ੍ਹਾਂ ਥਾਵਾਂ ਨੂੰ ਭਾਗ ਲਾਉਂਦੇ ਹੋਏ ਹਜ਼ੂਰ ਸਾਹਿਬ ਨਾਂਦੇੜ ਗਏ ਸਨ, ਉਸੇ ਰਸਤੇ ਰਾਹੀਂ
ਉਹਨਾਂ ਥਾਵਾਂ ਰਾਹੀਂ ਜੋ ਜੀ ਦਾਤਾ ਜੀ ਦੀ ਚਰਨ ਛੋਹ ਦੀ ਪਾਵਨ ਅਨੁਭੂਤੀ ਦਾ ਅਨੁਭਵ ਕਰਦੇ ਹੋਏ ਹਜ਼ੂਰ ਸਾਹਿਬ ਜੀ ਦੀ ਯਾਤਰਾ ਕੀਤੀ ਜਾਵੇ। ਅਰਦਾਸਾ ਸੋਧ ਯਾਤਰਾ ਲਈ ਤੁਰ ਪਏ, ਕਿਉਂਕਿ ਕੋਈ ਵੀ ਕੰਮ ਆਰੰਭ ਕਰਨ ਲੱਗਿਆਂ ਗੁਰੂ ਅੱਗੇ ਅਰਦਾਸ ਕਰਨ ਦਾ ਫਰਜ਼ ਬਣਦਾ ਹੈ। ਅਰਦਾਸ ਕਰਕੇ ਆਰੰਭ ਕੀਤੇ ਕਾਰਜ ਨੂੰ ਗੁਰੂ ਆਪ ਨੇਪਰੇ ਚਾੜਦਾ ਹੈ। ਜੇਕਰ ਨੀਅਤ ਰਾਸ ਹੋਵੇ, ਬਿਗਨ ਨ ਕਉ ਲਾਗਤਾ ਗੁਰ ਪੇ ਅਰਦਾਸ, ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਨਿਰੰਕਾਰ ਦਾ ਓਟ ਆਸਰਾ ਲੈ ਜੱਥਾ ਯਾਤਰਾ ਨੂੰ ਤੁਰ ਪਿਆ। ਜਿੱਥੇ ਸ਼ਾਮ ਹੋ ਜਾਂਦੀ, ਯੋਗ ਜਗ੍ਹਾ ਦੇ ਕੇ ਪੜਾਵ ਕਰਦੇ, ਸ਼ਾਮ ਦਾ ਦੀਵਾਨ ਲਾਉਂਦੇ, ਰਹਿਰਾ ਸਾਹਿਬ ਜੀ ਦਾ ਪਾਠ ਹੁੰਦਾ, ਸ਼ਬਦ ਕੀਰਤਨ ਹੁੰਦਾ, ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ, ਅਖੀਰ ਵਿੱਚ ਕੀਰਤਨ ਸੋਹਲਾ ਸਾਹਿਬ ਜੀ ਦਾ ਪਾਠ ਹੁੰਦਾ। ਇਸ ਤਰ੍ਹਾਂ ਯਾਤਰਾ ਕਰਦਾ ਹੋਇਆ ਜੱਥਾ ਇੱਕ ਸ਼ਾਮ ਇੱਕ ਛੋਟੇ ਜਿਹੇ ਕਸਬੇ ਵਿੱਚ ਪੁੱਜਾ। ਸਿੱਖਾਂ ਨੇ ਲੋਕਾਂ ਪਾਸੋਂ ਸਵੇਰ ਤੱਕ ਠਹਿਰਨ ਲਈ ਯੋਗ ਜਗ੍ਹਾ ਪੁੱਛੀ। ਨਿਰੰਕਾਰ ਦੀ ਰਜ਼ਾ ਕਿਸੇ ਸ਼ਰਾਰਤੀ ਨੇ ਜੱਥੇ ਦੇ ਠਹਿਰਨ ਲਈ ਉਹ ਮਕਾਨ ਯੋਗ ਦੱਸਿਆ, ਜਿਸ ਦੇ ਬਾਰੇ ਲੋਕਾਂ ਵਿੱਚ ਇਹ ਗੱਲ ਪ੍ਰਚਲਿਤ ਸੀ ਕਿ ਇੱਥੇ ਪ੍ਰੇਤ ਰਹਿੰਦਾ ਹੈ। ਇਸ ਗੱਲੋਂ ਅਗਿਆਤ ਇਹ ਜੱਥਾ ਉਸ ਮਕਾਨ ਵਿੱਚ ਜਾ ਪੁੱਜਾ। ਸਫਾਈ ਕੀਤੀ ਗਈ ਅਤੇ ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਰੋਜ਼ ਦੀ ਤਰ੍ਹਾਂ ਦੀਵਾਨ ਸਜਿਆ। ਸਾਰੀ ਸੰਗਤ ਨੇ ਕਥਾ ਕੀਰਤਨ ਦੇ ਰੂਪ ਵਿੱਚ ਆਤਮਿਕ ਭੋਜਨ ਦੇ ਖੁੱਲ੍ਹੇ ਗੱਫੇ ਛਕੇ। ਉਪਰੰਤ ਲੋੜ ਅਨੁਸਾਰ ਪ੍ਰਸ਼ਾਦਾ ਛਕ ਕੇ ਆਰਾਮ ਕਰਨ ਲੱਗੇ। ਇਸ ਜਥੇਦਾਰ ਉੱਚੀ ਅਵਸਥਾ ਵਾਲਾ ਅਭਿਆਸੀ ਪੁਰਖ ਸੀਗਾ। ਜਦ ਸਾਰੇ ਆਰਾਮ ਵਿੱਚ ਹੋ ਗਏ ਤਾਂ ਉਹ ਗੁਰੂ ਸਾਹਿਬ ਦੇ ਕਮਰੇ ਵਿੱਚ ਨਾਮ ਸਿਮਰਨ ਅਭਿਆਸ ਵਿੱਚ ਜੁੜ ਬੈਠਾ। ਨਾਮ ਦਾ ਨਸ਼ਾ ਹੀ ਐਸਾ ਹੁੰਦਾ ਹੈ ਕਿ ਜਦ ਇੱਕ ਵਾਰ ਚੜ੍ਹ ਜਾਵੇ ਤੇ ਨਾ ਉਤਰਦਾ ਹੈ ਅਤੇ ਨਾ ਹੀ ਘਟਦਾ ਹੈ। ਜਥੇਦਾਰ ਅਭਿਆਸ ਵਿੱਚ ਬੈਠਾ ਸੀ ਕਿ ਅਚਾਨਕ ਦਰਵਾਜ਼ਾ ਖੜਕਣ ਲੱਗਾ। ਜਥੇਦਾਰ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ। ਜਥੇਦਾਰ ਨੇ ਜੋ ਕੁਝ ਦੇਖਿਆ, ਉਹ ਜੇ ਕਿਸੇ ਹੋਰ ਨੇ ਦੇਖਿਆ ਹੁੰਦਾ ਤਾਂ ਡਰਦਾ ਬੇਸੁਰਤ ਹੀ ਹੋ ਜਾਂਦਾ। ਸਾਹਮਣੇ ਬਹੁਤ ਹੀ ਕਰੂਪ ਸ਼ਕਲ ਖੜੀ ਸੀ। ਰੰਗ ਕਾਲਾ ਸਿਆਹ, ਸਿਰ ਦੇ ਵਾਲ ਉਲਝੇ ਤੇ ਖਿਲਰੇ ਹੋਏ, ਅੱਖਾਂ ਕਾਲੀਆਂ ਅਤੇ ਸੁਰਖ, ਚਿਹਰੇ ਦਾ ਮਾਸ ਬਹੁਤ ਹੀ ਬੇਢੰਗਾ ਅਤੇ ਲਮਕਿਆ ਹੋਇਆ। ਇਹ ਆਕਾਰ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਰਿਹਾ ਸੀ। ਉਸ ਵਿੱਚੋਂ ਬਹੁਤ ਹੀ ਭੈੜੀ ਬਦਬੂ ਆ ਰਹੀ ਸੀ। ਜਥੇਦਾਰ ਨੇ ਨੱਕ ਢੱਕਿਆ ਅਤੇ ਕੜਕ ਕੇ ਪੁੱਛਿਆ, ਕੌਣ ਹੈ ਤੂੰ? ਮੈਂ ਇਸ ਘਰ ਦਾ ਮਾਲਕ ਹਾਂ। ਸਦੀਆਂ ਤੋਂ ਪ੍ਰੇਤ ਬਣ ਕੇ ਇੱਥੇ ਹੀ ਭਟਕ ਰਿਹਾ ਹਾਂ। ਕਹਿੰਦੇ ਹੋਏ ਉਸ ਪ੍ਰੇਤ ਨੇ ਹੱਥ ਜੋੜ ਲਏ। ਉਸ ਦੀ ਆਵਾਜ਼ ਵੀ ਉਸ ਦੀ ਸ਼ਕਲ ਵਾਂਗ ਭਿਆਨਕ ਸੀ। ਮੈਂ ਬਹੁਤ ਦੁਖੀ ਹਾਂ, ਬਹੁਤ ਦੁੱਖ ਭੋਗੇ ਹਨ। ਕਿਰਪਾ ਕਰੋ ਮੇਰੇ ਤੇ ਮੇਰਾ ਇਸ ਤ੍ਰਿਗਤ ਜੂਨ ਤੋਂ ਛੁਟਕਾਰਾ ਕਰਾਓ। ਤੁਸੀਂ ਪਰਉਪਕਾਰੀ ਹੋ। ਕਿਰਪਾ ਕਰੋ ਮੇਰੇ ਨਮਿਤ ਅਖੰਡ ਪਾਠ ਕਰਾ ਦੇਵੋ। ਜੋ ਖਰਚਾ ਹੋਵੇ ਇਸ ਘਰ ਵਿੱਚੋਂ ਲੈ ਲਵੋ। ਉਹ ਉਸ ਕੋਨੇ ਵਿੱਚ ਮੇਰੀ ਮਾਇਆ ਦੱਬੀ ਹੋਈ ਹੈ। ਇੰਨੀ ਕਿਰਪਾ ਕਰੋ। ਪ੍ਰੇਤ ਨੇ ਇੱਕ ਪਾਸੇ ਇਸ਼ਾਰਾ ਕੀਤਾ। ਅਸੀਂ ਕਿਰਪਾ ਕਰਨ ਵਾਲੇ ਕੌਣ ਹਾਂ? ਕਿਰਪਾ ਤਾਂ ਗੁਰੂ ਨੇ ਕਰਨੀ ਹੈ। ਕੱਲ ਹੀ ਜੱਥੇ ਨਾਲ ਸਲਾਹ ਕਰਕੇ ਪਾਠ ਪ੍ਰਕਾਸ਼ ਕਰ ਦਿੰਦੇ ਹਾਂ। ਜਥੇਦਾਰ ਨੇ ਕਿਹਾ, ਧੰਨ ਭਾਗ, ਧੰਨ ਭਾਗ। ਪ੍ਰੀਤ ਦਾ ਕੰਬਣਾ ਕੁਝ ਘਟ ਗਿਆ ਸੀ। ਇੱਕ ਹੋਰ ਬੇਨਤੀ ਹੈ ਜੀ, ਪਾਠ ਦੇ ਭੋਗ ਪੈਣ ਤੋਂ ਭੋਗ ਲਗਾਉਣ ਉਪਰੰਤ ਕੜਾਹ ਪ੍ਰਸ਼ਾਦ ਮੇਰੇ ਲਈ ਇੱਕ ਭਾਂਡੇ ਵਿੱਚ ਰੱਖ ਦੇਣਾ। ਜਦ ਸੰਗਤ ਪ੍ਰਸ਼ਾਦ ਪਾਣੀ ਛਕ ਹਟੇ ਤਾਂ ਉਹ ਭਾਂਡਾ ਦੇਖ ਲੈਣਾ। ਜੇ ਦੇਖ ਦਾ ਗੱਫਾ ਮੇਰੇ ਤੱਕ ਪਹੁੰਚ ਗਿਆ ਤਾਂ ਮੇਰੀ ਕਲਿਆਣ ਹੋ ਗਈ। ਇੰਨੀ ਗੱਲ ਕਹਿ ਕੇ ਉਹ ਅਲੋਪ ਹੋ ਗਿਆ। ਅਗਲੇ ਦਿਨ ਜੱਥੇ ਨਾਲ ਸਲਾਹ ਕਰਕੇ ਪ੍ਰੇਤ ਦੇ ਦੱਸੇ ਥਾਂ ਵਿੱਚੋਂ ਮਾਇਆ ਕੱਢੀ ਗਈ ਅਤੇ ਪਾਠ ਪ੍ਰਕਾਸ਼ ਕਰਾ ਦਿੱਤੇ ਗਏ। ਭੋਗ ਵਾਲੇ ਦਿਨ ਪ੍ਰੇਤ ਦੀ ਬੇਨਤੀ ਅਨੁਸਾਰ ਇੱਕ ਭਾਂਡੇ ਵਿੱਚ ਉਸ ਲਈ ਦੇਖ ਰੱਖ ਦਿੱਤੀ ਗਈ। ਹੁਕਮਨਾਮੇ ਦੀ ਅਖੀਰਲੀ ਪੰਕਤੀ ਸੁਣ ਕੇ ਜਥੇਦਾਰ ਨੂੰ ਸ਼ੰਕਾ ਹੋਇਆ ਕਿ ਸ਼ਾਇਦ ਕਿਸੇ ਕਿਸਮ ਦੀ ਭੁੱਲ ਹੋ ਗਈ ਹੈ।
ਸ਼ੰਕੇ ਦੀ ਪੁਸ਼ਟੀ ਉਸ ਸਮੇਂ ਹੋ ਗਈ ਜਦ ਦੇਖਿਆ ਕਿ ਪ੍ਰੇਤ ਲਈ ਰੱਖੀ ਦੇਗ ਉਸੇ ਤਰ੍ਹਾਂ ਪਈ ਹੋਈ ਹੈ। ਜੱਥੇ ਨੇ ਸਲਾਹ ਕੀਤੀ ਕਿ ਇਸ ਰਾਤ ਵੀ ਇੱਥੇ ਹੀ ਰਿਹਾ ਜਾਵੇ। ਜਥੇਦਾਰ ਨੂੰ ਯਕੀਨ ਸੀ ਕਿ ਪ੍ਰੇਤ ਅੱਜ ਵੀ ਆਵੇਗਾ। ਉਸ ਦਾ ਵਿਚਾਰ ਦੁਰਸਤ ਸਾਬਿਤ ਹੋਇਆ। ਜਦ ਪ੍ਰੇਤ ਪਹਿਲਾਂ ਵਾਲੇ ਸਮੇਂ ਅਤੇ ਉਸੇ ਢੰਗ ਨਾਲ ਆ ਪ੍ਰਗਟ ਹੋਇਆ, ਪਰ ਅੱਜ ਉਸ ਦਾ ਰੂਪ ਪਹਿਲਾਂ ਵਰਗਾ ਭਿਆਨਕ ਨਹੀਂ ਸੀ। ਨਾ ਹੀ ਉਹ ਕੰਬ ਰਿਹਾ ਸੀ, ਜਾਪਦਾ ਸੀ ਜਿਵੇਂ ਬਹੁਤ ਲੰਬੀ ਬਿਮਾਰੀ ਪਿੱਛੋਂ ਠੀਕ ਹੋਇਆ ਹੋਵੇ। ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ। ਪ੍ਰੇਤ ਹੱਥ ਜੋੜੀ ਖੜਾ ਸੀ। ਆਪ ਜੀ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਬਹੁਤ ਕਿਰਪਾ ਕੀਤੀ ਹੈ, ਪਰ ਬੇਨਤੀ ਹੈ ਕਿ ਇੱਕ ਪਾਠ ਹੋਰ ਕਰਾ ਦੇਵੋ। ਅੱਜ ਪ੍ਰੇਤ ਦੇ ਬੋਲਣ ਦਾ ਲਹਿਜ਼ਾ ਪਹਿਲਾਂ ਵਾਂਗ ਭਿਆਨਕ ਨਹੀਂ ਸੀ। ਜਥੇਦਾਰ ਨੇ ਇਹ ਵੀ ਮਹਿਸੂਸ ਕੀਤਾ ਕਿ ਕੱਲ੍ਹ ਵਾਲੀ ਦੁਰਗੰਧ ਵੀ ਗਾਇਬ ਹੋ ਚੁੱਕੀ ਸੀ। ਜਥੇਦਾਰ ਹੈਰਾਨ ਸੀ, ਪ੍ਰੇਤ ਵਿੱਚ ਆਈ ਤਬਦੀਲੀ ਸਦਕਾ ਨਹੀਂ, ਸਗੋਂ ਇਸ ਕਰਕੇ ਕਿ ਪ੍ਰੇਤ ਪੂਣੇ ਦੇ ਭੈੜੇ ਲੱਛਣਾਂ ਤੋਂ ਛੁਟਕਾਰਾ ਪਾ ਲੈਣ ਤੇ ਵੀ ਉਸਦਾ ਇਸ ਜੂਨੀ ਤੋਂ ਛੁਟਕਾਰਾ ਕਿਉਂ ਨਹੀਂ ਹੋਇਆ। ਇੱਕ ਹੋਰ ਪਾਠ ਜ਼ਰੂਰ ਕਰਾ ਦਿਆਂਗੇ, ਪਰ ਕੀ ਕਾਰਨ ਹੋ ਗਿਆ ਕਿ ਜੋ ਤੂੰ ਦੇਖ ਨਹੀਂ ਸਕੀ? ਜਥੇਦਾਰ ਨੇ ਪੁੱਛਿਆ। ਜਥੇਦਾਰ ਜੀ, ਇੱਕ ਪਾਠੀ ਪਾਸੋਂ ਥੋੜੀ ਜਿਹੀ ਭੁੱਲ ਹੋ ਗਈ ਹੈ। ਕੀ? ਜਥੇਦਾਰ ਨੇ ਪੁੱਛਿਆ। ਉਹ ਰਾਤ ਨੂੰ ਰੌਲ ਲਾ ਕੇ ਸੌਂ ਗਿਆ। ਕਿਸੇ ਕਾਰਨ ਕਰਕੇ ਤੀਸਰੀ ਰੌਲ ਵੀ ਉਸਨੂੰ ਲਾਉਣੀ ਪਈ। ਜਦ ਉਸਨੂੰ ਜਗਾਇਆ ਗਿਆ ਤਾਂ ਇਸ਼ਨਾਨ ਕਰਨ ਦਾ ਸਮਾਂ ਨਹੀਂ ਸੀ। ਇਸ ਕਰਕੇ ਉਹ 5 ਇਸ਼ਨਾਨਾਂ ਕਰਕੇ ਹੀ ਪਾਠ ਕਰਨ ਲੱਗਾ। ਅਸਲ ਵਿੱਚ ਗਲਤੀ ਉਸਦੀ ਵੀ ਨਹੀਂ ਸੀ, ਕਾਰਨ ਹੀ ਕੁਝ ਐਸਾ ਬਣ ਗਿਆ ਸੀ। ਸੋ ਬੇਨਤੀ ਹੈ ਕਿ ਇੱਕ ਅਖੰਡ ਪਾਠ ਹੋਰ ਕਰਾ ਦੇਵੋ। ਇਸ ਪਾਠ ਲਈ ਦੂਜੇ ਕੋਨੇ ਵਿੱਚੋਂ ਮਾਇਆ ਕੱਢ ਲੈਣੀ। ਇੰਨੀ ਗੱਲ ਕਹਿ ਕੇ ਪ੍ਰੇਤ ਅਲੋਪ ਹੋ ਗਿਆ। ਅਗਲੇ ਦਿਨ ਜਥੇਦਾਰ ਨੇ ਪਾਠੀਆਂ ਨੂੰ ਇਹ ਗੱਲ ਦੱਸੀ ਤਾਂ ਉਹ ਪਾਠੀ ਜੋ ਬਿਨਾਂ ਇਸ਼ਨਾਨ ਕੀਤੇ ਪਾਠ ਕਰਨ ਲੱਗਾ ਮੰਨ ਗਿਆ ਕਿ ਇਹ ਜਿਹਾ ਉਸ ਪਾਸੋਂ ਹੋਇਆ ਹੈ। ਜਥੇਦਾਰ ਨੇ ਉਸ ਨੂੰ ਅੱਗੇ ਵਾਸਤੇ ਸਾਵਧਾਨ ਰਹਿਣ ਦੀ ਤਾਕੀਦ ਕੀਤੀ। ਪ੍ਰੇਤ ਦੇ ਦੱਸੇ ਥਾਂ ਵਿੱਚੋਂ ਮਾਇਆ ਲੈ ਕੇ ਪਾਠ ਦੀ ਸਮੱਗਰੀ ਲਿਆਂਦੀ ਗਈ ਅਤੇ ਪੂਰੀ ਮਰਿਆਦਾ ਨਾਲ ਪਾਠ ਕਰਾਇਆ ਗਿਆ। ਭੋਗ ਪੈਣ ਤੇ ਪ੍ਰੇਤ ਲਈ ਦੇਖ ਰੱਖੀ ਗਈ। ਜਦ ਸੰਗਤ ਨੂੰ ਲੰਗਰ ਵਰਤਾਉਣ ਤੋਂ ਬਾਅਦ ਜਥੇਦਾਰ ਨੇ ਉਹ ਭਾਂਡਾ ਦੇਖਿਆ, ਭਾਂਡਾ ਬਿਲਕੁਲ ਖਾਲੀ ਸੀ। ਜਥੇਦਾਰ ਨੂੰ ਯਕੀਨ ਹੋ ਗਿਆ ਕਿ ਪ੍ਰੇਤ ਦਾ ਉਧਾਰ ਹੋ ਚੁੱਕਾ ਹੈ, ਪਰ ਅਜੇ ਇੱਕ ਰਾਤ ਹੋਰ ਰਹਿਣ ਦਾ ਫੈਸਲਾ ਕੀਤਾ ਗਿਆ। ਉਸ ਰਾਤ ਪ੍ਰੇਤ ਨਾ ਆਇਆ। ਪਰਉਪਕਾਰੀ ਸਿੱਖਾਂ ਦੇ ਉਪਕਾਰ ਕਰਕੇ, ਗੁਰੂ ਸਾਹਿਬ ਦੀ ਮਿਹਰ ਸਦਕਾ ਕਰਕੇ ਉਹ ਇਸ ਤ੍ਰਿਗਤ ਤਾਮਸੀ ਜੂਨ ਤੋਂ ਛੁਟਕਾਰਾ ਪਾ ਚੁੱਕਾ ਸੀ। ਇਹ ਸੱਚੀ ਘਟਨਾ ਹੈ। ਇਸ ਦਾ ਜ਼ਿਕਰ ਭਾਈ ਰਣਧੀਰ ਸਿੰਘ ਜੀ ਨੇ ਵੀ ਅਣਡਿੱਠੀ ਦੁਨੀਆ ਵਿੱਚ ਕੀਤਾ ਹੈ। ਇਸ ਪ੍ਰਕਾਰ ਅਖੰਡ ਪਾਠ ਜੇਕਰ ਪੂਰੀ ਮਰਿਆਦਾ ਵਿੱਚ ਹੋ ਜਾਵੇ, ਉਸਦੀ ਮਹਿਮਾ ਕਹਿਣ ਸੁਣਨ ਤੋਂ ਬਾਹਰ ਹੈ। ਕੁਝ ਮਰਿਆਦਾ ਵਿੱਚ ਕੋਈ ਕਮੀ ਰਹਿ ਜਾਵੇ ਤਾਂ ਇਹ ਮਤਲਬ ਨਹੀਂ ਕਿ ਪਾਠ ਬਿਲਕੁਲ ਹੀ ਨਿਸਫਲ ਹੋ ਗਿਆ ਹੈ। ਭਾਵੇਂ ਪਾਠ ਦੀ ਮਰਿਆਦਾ ਵਿੱਚ ਥੋੜਾ ਵਿਘਨ ਪੈ ਗਿਆ ਸੀ, ਫਿਰ ਵੀ ਉਸ ਪ੍ਰੇਤ ਨੂੰ ਭਟਕਣਾ ਤੋਂ ਆਰਾਮ ਆ ਗਿਆ ਸੀ। ਗੁਰਬਾਣੀ ਨੇ ਮਿੱਠਾ ਅਸਰ ਹੀ ਕਰਨਾ ਹੈ। ਭਾਵੇਂ ਇਸ਼ਨਾਨ ਕਰਕੇ ਸੁਗੰਧਿਤ ਵਾਤਾਵਰਨ ਵਿੱਚ ਬੈਠ ਕੇ ਇਕਾਗਰ ਚਿੱਤ ਹੋ ਕੇ ਪੜ੍ਹੀਏ, ਭਾਵੇਂ ਤੁਰਦੇ ਫਿਰਦੇ ਬਹਿੰਦੇ, ਪਰ ਕੋਈ ਵੀ ਕਾਰਜ ਮਰਿਆਦਾ ਵਿੱਚ ਕੀਤਾ ਜਾਣਾ ਬਹੁਤ ਹੀ ਯੋਗ ਹੁੰਦਾ ਹੈ। ਇਸ ਸਾਰੀ ਮਰਿਆਦਾ ਦੀ ਸਿਖਲਾਈ ਬਾਬਾ ਜੀ ਨੇ ਅਖੰਡ ਪਾਠ ਕਰਵਾ ਕੇ ਕਰਾਈ।